ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਧੁੱਪਾਂ ਛਾਵਾਂ, ਲੇਖਕ ਨਰਿੰਦਰ ਸਿੰਘ ਕਪੂਰ। ਦੋਸਤੋ ਇਸ ਕਿਤਾਬ ਵਿੱਚ ਨਰਿੰਦਰ ਸਿੰਘ ਕਪੂਰ ਜੀ ਨੇ ਆਪਣਾ ਸਾਰਾ ਜੀਵਨ ਲਿਖਿਆ ਹੈ। ਸੋ ਬਹੁਤ ਸੋਹਣੀਆਂ ਗੱਲਾਂ ਨੇ ਇਸ ਵਿੱਚ ਵੀ। ਸੋ ਦੋਸਤੋ ਇਹ ਕਿਤਾਬ ਆਪਾਂ ਭੂਮਿਕਾ ਤੋਂ ਸ਼ੁਰੂ ਕਰਾਂਗੇ, ਕਿਉਂਕਿ ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਉਹਦੀ ਭੂਮਿਕਾ ਵੀ ਪੜ੍ਹਨੀ ਚਾਹੀਦੀ ਹੈ। ਨਰਿੰਦਰ ਸਿੰਘ ਕਪੂਰ ਜੀ ਲਿਖਦੇ ਹਨ ਕਿ ਸਵੈ ਜੀਵਨੀ ਲਿਖਣ ਦਾ ਨਿਰਣਾ ਜੀਵਨ ਦੇ ਹੋਰ ਨਿਰਣਿਆਂ ਵਾਂਗ ਬਹੁਤ ਪਹਿਲਾਂ ਕੀਤਾ ਜਾਂਦਾ ਹੈ, ਪਰ ਇਸ ਨਿਰਣੇ 'ਤੇ ਅਮਲ ਕਰਨਾ ਮੁਲਤਵੀ ਹੁੰਦਾ ਰਹਿੰਦਾ ਹੈ। ਇਸ ਨਿਰਣੇ 'ਤੇ ਅਮਲ ਉਦੋਂ ਕੀਤਾ ਜਾਂਦਾ ਹੈ ਜਦੋਂ ਜੀਵਨ ਦੇ ਇੱਕ ਪੜਾਅ 'ਤੇ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਹੁਣ ਜੋ ਕੁਝ ਮਹੱਤਵਪੂਰਨ ਵਾਪਰਨਾ ਸੀ ਉਹ ਵਾਪਰ ਚੁੱਕਿਆ ਹੈ। ਨਿਤਾ ਪ੍ਰਤੀ ਦੇ ਕਾਰਜ ਪਹਿਲਾਂ ਵਾਂਗ ਜਾਰੀ ਰਹਿੰਦੇ ਹਨ, ਪਰ ਕੁਝ ਮੁੱਲਵਾਨ ਵਾਪਰਨ ਦੀਆਂ ਸੰਭਾਵਨਾਵਾਂ ਮੁੱਕ ਜਾਂਦੀਆਂ ਹਨ। ਪਤਾ ਲੱਗ ਜਾਂਦਾ ਹੈ ਕਿ ਹੁਣ ਅਵਸਰ ਨਹੀਂ ਉਪਜਣਗੇ, ਜੇ ਉਪਜਣਗੇ ਵੀ ਤਾਂ ਉਹਨਾਂ ਦਾ ਲਾਭ ਉਠਾਉਣਾ ਸੰਭਵ ਨਹੀਂ ਹੋਵੇਗਾ। ਸਰੀਰਕ ਸਮਰੱਥਾ ਘਟਣ ਕਰਕੇ ਨਿੱਕੀਆਂ ਸਮੱਸਿਆਵਾਂ ਵੀ ਔਖੀਆਂ ਮੁਸ਼ਕਲਾਂ ਲੱਗਣ ਲੱਗ ਪੈਂਦੀਆਂ। ਜਦੋਂ ਝੁਕ ਕੇ ਕੁਝ ਚੁੱਕਣਾ ਸੰਭਵ ਨਹੀਂ ਹੁੰਦਾ ਤਾਂ ਚੀਜ਼ਾਂ ਦਾ ਡਿੱਗਣਾ ਆ ਮੁਹਾਰੇ ਵੱਧ ਜਾਂਦਾ ਹੈ। ਜਿਨ੍ਹਾਂ ਸਰੀਰਕ ਸਮੱਸਿਆਵਾਂ ਬਾਰੇ ਮਾਪਿਆਂ ਅਤੇ ਹੋਰਾਂ ਤੋਂ ਸੁਣਦੇ ਸਾਂ ਉਹ ਆਪਣੇ ਨਾਲ ਵਾਪਰਨ ਲੱਗ ਪੈਂਦੀਆਂ ਹਨ। ਇਸ ਪੜਾਅ 'ਤੇ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ ਕਿ ਜਿਹੜੀਆਂ ਪੜ੍ਹਾਈਆਂ ਅਤੇ ਕਮਾਈਆਂ ਕਰਨੀਆਂ ਸਨ ਉਹ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ। ਡਿਗਰੀਆਂ, ਮਾਣ ਪੱਤਰਾਂ, ਸਨਮਾਨਾਂ, ਅਹੁਦਿਆਂ ਦਾ ਮਹੱਤਵ ਕਦੋਂ ਦਾ ਮੁੱਕ ਗਿਆ ਹੁੰਦਾ ਹੈ। ਆਪਣੇ ਆਪ ਨੂੰ ਅਹਿਮ ਸਮਝਣਾ ਵਹਿਮ ਸਾਬਤ ਹੁੰਦਾ ਹੈ। ਮਹਿਸੂਸ ਹੁੰਦਾ ਹੈ ਜੋ ਮਾਣਨਾ ਸੀ ਉਹ ਮਾਣ ਲਿਆ ਹੈ, ਜਿਹੜੀਆਂ ਦੌੜਾਂ ਲਾਉਣੀਆਂ ਸਨ ਉਹ ਲਾ ਲਈਆਂ ਹਨ, ਜਿਹੜੇ ਪਹਾੜ ਚੜ੍ਹਨੇ ਸਨ ਉਹ ਚੜ੍ਹ ਲਏ ਹਨ, ਜਿਹੜੀਆਂ ਤਾੜੀਆਂ ਵੱਜਣੀਆਂ ਸਨ ਉਹ ਵੱਜ ਚੁੱਕੀਆਂ ਹਨ। ਪਿੱਛੇ ਵੇਖਿਆ ਇਹ ਸਭ ਕੁਝ ਵਾਪਰ ਚੁੱਕੇ ਹੋਣ ਦੀ ਭਰਪੂਰ ਤਸੱਲੀ ਵੀ ਹੁੰਦੀ ਹੈ ਅਤੇ ਆਪਣੇ ਸਫਲ ਹੋਣ ਦਾ ਅਹਿਸਾਸ ਵੀ ਹੁੰਦਾ ਹੈ। ਮੈਨੂੰ ਇਹ ਮਹਿਸੂਸ ਹੁੰਦਾ ਰਿਹਾ ਹੈ ਕਿ ਮੈਂ ਸੰਸਾਰ ਨੂੰ ਦਿੱਤਾ ਘੱਟ ਹੈ ਪਰ ਮੈਨੂੰ ਮਿਲਿਆ ਵਧੇਰੇ ਹੈ। ਇਸ ਤਸੱਲੀ ਦੀ ਦੌਲਤ ਨਾਲ ਜਿਨ੍ਹਾਂ ਨਾਲ ਲੜਦੇ ਰਹੇ ਸਾਂ ਉਹਨਾਂ ਤੋਂ ਮਾਫੀ ਮੰਗ ਲਈ ਹੈ, ਜਿਹੜੇ ਰੁੱਸੇ ਹੋਏ ਸਨ ਉਹ ਮਨਾ ਲਏ ਹਨ, ਜਿਹੜੀ ਗੱਲ ਹੁਣ ਪਰੇਸ਼ਾਨ ਕਰਦੀ ਹੈ ਉਹ ਮਿੱਤਰਾਂ ਪਿਆਰਿਆਂ ਦਾ ਵਿਛੋੜਾ ਹੈ। ਹਰ ਪੰਦਰਵਾੜੇ ਕਿਸੇ ਪਿਆਰੇ ਦੇ ਚਲਾਣੇ ਦਾ ਪਤਾ ਲੱਗਦਾ ਹੈ, ਪਰ ਹੁਣ ਹਰ ਰੋਜ਼ ਭੋਗ 'ਤੇ ਜਾਇਆ ਨਹੀਂ ਜਾਂਦਾ। ਥੋੜ੍ਹੇ ਜਿਹੇ ਅਰਸੇ ਵਿੱਚ ਇੱਕ ਭਰਾ ਅਤੇ 2 ਭੈਣਾਂ ਗੁਜ਼ਰ ਗਈਆਂ ਹਨ। ਬਚਪਨ ਦਾ ਦੋਸਤ ਬਿਨਾਂ ਮਿਲੇ ਹੀ ਸੰਸਾਰ ਛੱਡ ਗਿਆ ਹੈ। ਜਿਸ ਨਾਲ ਜ਼ਿੰਦਗੀ ਵਿੱਚ ਪਹਿਲੀ ਜਾਣ ਪਛਾਣ ਹੋਈ ਸੀ ਉਹ ਬਿਨਾਂ ਦੱਸੇ ਹੀ ਵਿਛੜ ਗਈ ਹੈ। ਹੁਣ ਨਿਤ ਦਿਨ ਕੋਈ ਨਵਾਂ ਘਾਟਾ ਪੈ ਜਾਂਦਾ ਹੈ। ਹੁਣ ਗਿਲੇ ਸ਼ਿਕਵਿਆਂ ਦਾ ਸਮਾਂ ਹੀ ਨਹੀਂ ਰਿਹਾ। ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਲੰਘ ਜਾਂਦਾ ਹੈ, ਪਰ ਰਾਤਾਂ ਭੈੜੀਆਂ ਅਤੇ ਡਰਾਉਣੀਆਂ ਹੁੰਦੀਆਂ ਜਾਂਦੀਆਂ ਹਨ। ਹੁਣ ਵਿਉਂਤਾਂ ਸਾਲਾਂ ਤੋਂ ਦਿਨਾਂ ਤੱਕ ਆ ਗਈਆਂ ਹਨ। ਭਾਵੇਂ ਦਿਸਣ ਨੂੰ ਸਭ ਕੁਝ ਠੀਕ ਠਾਕ ਲੱਗਦਾ ਹੈ, ਪਰ ਭਰੋਸਾ ਮੁੱਕਦਾ ਜਾ ਰਿਹਾ ਹੈ। ਸੋਝੀ ਹੋ ਗਈ ਹੈ ਕਿ ਹੁਣ ਕੁਝ ਨਵਾਂ ਕਰਨਾ ਸੰਭਵ ਨਹੀਂ ਰਿਹਾ। ਹੁਣ ਨਵੀਆਂ ਦੋਸਤੀਆਂ ਪੈਣੀਆਂ ਅਸੰਭਵ ਹਨ, ਪੁਰਾਣੀਆਂ ਨਿਭਾਉਣੀਆਂ ਵੀ ਸੰਭਵ ਨਹੀਂ ਰਹੀਆਂ। ਆਪਣੀਆਂ 2 ਤਕਲੀਫਾਂ ਦੱਸਦੇ ਹਾਂ, 3 ਸੁਣਨੀਆਂ ਪੈਂਦੀਆਂ ਹਨ। ਖਾਣ ਪੀਣ ਦੇ ਪੱਖੋਂ ਪ੍ਰਯੋਗ ਨਹੀਂ ਹੁੰਦੇ, ਗਲਤੀਆਂ ਹੀ ਹੁੰਦੀਆਂ ਹਨ ਜਿਨ੍ਹਾਂ ਦਾ ਮਗਰੋਂ ਪਛਤਾਵਾ ਹੁੰਦਾ ਹੈ। ਹੈਰਾਨੀ ਹੁੰਦੀ ਹੈ ਕਿ ਪਹਿਲਾਂ ਖਿਆਲ ਹੀ ਨਹੀਂ ਆਇਆ ਕਿ ਇਵੇਂ ਵੀ ਵਾਪਰਦਾ ਹੈ। ਅਖੀਰਲੀ ਘੰਟੀ ਤੋਂ ਪਹਿਲਾਂ ਬਸਤਾ ਬੰਨ੍ਹ ਕੇ ਤਿਆਰ ਬੈਠਿਆਂ ਖਿਆਲ ਆਇਆ ਕਿ ਆਪਣੇ ਜੀਵਨ ਦਾ ਵਹੀ ਖਾਤਾ ਲਿਖ ਦੇਵਾਂ। ਆਪਣੀ ਇਸ ਸਵੈ ਜੀਵਨੀ ਵਿੱਚ ਮੈਂ ਆਪਣੇ ਨਾਲ ਵਾਪਰੀਆਂ ਮਹੱਤਵਪੂਰਨ ਘਟਨਾਵਾਂ, ਆਪਣੇ ਅਨੁਭਵਾਂ ਅਤੇ ਆਪਣੇ ਜੀਵਨ ਵਿੱਚ ਆਏ ਮਹੱਤਵਪੂਰਨ ਵਿਅਕਤੀਆਂ ਦੇ ਪ੍ਰਭਾਵਾਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਮੇਰੇ ਦ੍ਰਿਸ਼ਟੀਕੋਣ ਵਿੱਚ ਮੇਰੇ ਪੱਖਪਾਤਾਂ ਦਾ ਆਉਣਾ ਸੁਭਾਵਿਕ ਹੈ, ਸੋ ਮੇਰੇ ਵਿਚਾਰਾਂ ਅਤੇ ਮੇਰੀ ਵਿਆਖਿਆ ਨਾਲ ਪਾਠਕਾਂ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਹਰ ਕਿਸੇ ਦੇ ਜੀਵਨ ਵਿੱਚ ਕੁਝ ਮਹੱਤਵਪੂਰਨ ਮੋੜ ਆਉਂਦੇ ਹਨ ਜਿਹੜੇ ਵਿਅਕਤੀ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਸਾਰਦੇ ਹਨ ਅਤੇ ਪਹਿਲਾਂ ਹੀ ਉਸਰੇ ਹੋਏ ਨਾਲ ਨਵੀਆਂ ਪਰਤਾਂ ਜੋੜਦੇ ਹਨ। ਆਪਣੀ ਸਵੈ ਜੀਵਨੀ ਵਿੱਚ ਮੈਂ ਆਪਣੇ ਬਚਪਨ ਦੇ ਵੇਰਵੇ ਵਿਸਥਾਰ ਨਾਲ ਦਰਜ ਕੀਤੇ ਹਨ, ਕਿਉਂਕਿ ਮੇਰਾ ਬਚਪਨ ਆਮ ਬੱਚਿਆਂ ਦੇ ਬਚਪਨ ਤੋਂ ਵੱਖਰੀ ਭਾਂਤ ਦਾ ਸੀ। ਜਿਹੜਾ ਆਮ ਬੱਚਿਆਂ ਲਈ ਖੇਡਣ ਦਾ ਸਮਾਂ ਸੀ ਉਹ ਮੇਰੇ ਲਈ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਭਾਂਤ ਦੇ ਕੰਮ ਕਰਨ ਦਾ ਸਮਾਂ ਸੀ, ਜਿਸ ਤੋਂ ਨਿਆਰੇ ਅਨੁਭਵ ਪ੍ਰਾਪਤ ਹੁੰਦੇ ਰਹੇ। ਬਚਪਨ ਵਿੱਚ ਹੀ ਮੈਂ ਇੱਕ ਅਖਬਾਰ ਵਿੱਚ ਕੰਮ ਕਰਨ ਲੱਗ ਪਿਆ ਸਾਂ ਅਤੇ ਅਜਿਹਾ ਵਾਪਰਨਾ ਮੇਰੇ ਜੀਵਨ ਵਿੱਚ ਇੱਕ ਸੁਨਹਿਰੀ ਮੋੜ ਸੀ,
क्योंकि इत्थे काम करदिਆਂ सारा संसार मेरे सामने खुल गया सी। इस अनुभव का मैं मालकां दे बच्चिਆਂ नालों भी वधेरे लाभ प्राप्त किया। इस अनुभव की बदौलत ही मैं जर्नलिज्म के विषय ते PhD की, लिखना आरंभिया अते जर्नलिज्म का प्रोफैसर बनया। अखबार विचले प्राप्त अनुभवों के वेरवे इस स्वै जीवनी विच कई थावां ते मिल जाणगे। स्कूल विच गुजारिया समा बड़ा दिलचस्प, रंगीन अते यादगारी अनुभव सी, जिस दे वेरवे विस्तार विच दर्ज कीते हन। ਇਹ ਸਮਾਂ ਮੇਰੇ ਸਰੀਰਕ, ਵਿਦਿਅਕ, ਸਮਾਜਿਕ ਅਤੇ ਜੀਵਨ ਯੁਕਤਾਂ ਦੀ ਸਿਖਲਾਈ ਦੇ ਪੱਖੋਂ ਬੜਾ ਅਮੀਰ ਅਤੇ ਅਰਥਪੂਰਨ ਦੌਰ ਸੀ। ਬਿਜਲੀ ਬੋਰਡ ਅਤੇ ਬੈਂਕ ਵਿੱਚ ਗੁਜ਼ਾਰਿਆ ਸਮਾਂ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਪੜ੍ਹਨ ਲਈ ਤਿਆਰੀ ਅਤੇ ਮਾਇਕ ਸਰੋਤ ਜਟਾਉਣ ਦਾ ਸਮਾਂ ਸੀ। ਮੇਰੇ ਜੀਵਨ ਵਿੱਚ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਕੀਤੀ MA ਅੰਗਰੇਜ਼ੀ ਦੀ ਪੜ੍ਹਾਈ ਲਲਾਰੀ ਦਾ ਉਹ ਤਸਲਾ ਸਾਬਤ ਹੋਈ ਜਿੱਥੇ ਮੇਰੇ ਖੱਦਰ ਉੱਤੇ ਰੇਸ਼ਮੀ ਰੰਗ ਚੜ੍ਹਿਆ ਸੀ। 3 ਕਾਲਜਾਂ ਵਿੱਚ ਅਧਿਆਪਨ ਕਰਨਾ ਅਤੇ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖਣਾ ਯੂਨੀਵਰਸਿਟੀ ਵਿੱਚ ਮੇਰੀ ਨਿਯੁਕਤੀ ਦਾ ਕਾਰਨ ਬਣਿਆ। ਯੂਨੀਵਰਸਿਟੀ ਵਿੱਚ ਪਹਿਲਾਂ ਹੀ ਨਿਯੁਕਤ ਲੜਕੀ ਨਾਲ ਮੇਰੇ ਵਿਆਹ ਨਾਲ ਬਣੀ ਮੇਰੀ ਪਤਨੀ ਮੇਰੀ ਜ਼ਿੰਦਗੀ ਦੀ ਬਰਕਤ ਸਾਬਤ ਹੋਈ। ਮੇਰੇ PhD ਕਰਦਿਆਂ ਹੀ ਪੰਜਾਬੀ ਟ੍ਰਿਬਿਊਨ ਦਾ ਆਰੰਭ ਹੋਣਾ ਮੇਰੇ ਲਈ ਵਰਦਾਨ ਸਾਬਤ ਹੋਇਆ, ਜਿਸ ਵਿੱਚ ਮੈਂ ਦਾਰਸ਼ਨਿਕ ਅਤੇ ਮਨੋਵਿਗਿਆਨਕ ਵਾਰਤਕ ਦੀ ਰਚਨਾ ਕਰਦਾ ਅਤੇ ਛਪਵਾਉਂਦਾ ਰਿਹਾ ਅਤੇ ਇਵੇਂ ਮੇਰਾ ਪਾਠਕ ਵਰਗ ਉਸਰਦਾ ਗਿਆ। ਯੂਨੀਵਰਸਿਟੀ ਵਿੱਚ ਅਧਿਆਪਨ ਜਾਰੀ ਰਿਹਾ, ਪਰ ਅਧਿਆਪਨ ਦੀ ਤੁਲਨਾ ਵਿੱਚ ਮੇਰਾ ਰਚਨਾਤਮਕ ਕਾਰਜ ਵਧੇਰੇ ਮਹੱਤਵਪੂਰਨ ਹੁੰਦਾ ਗਿਆ। ਯੂਨੀਵਰਸਿਟੀ ਵਿੱਚ ਮੇਰੀ ਕਲਾਸ ਵਿੱਚ 30 ਵਿਦਿਆਰਥੀ ਹੁੰਦੇ ਸਨ, ਪਰੰਤੂ ਪੰਜਾਬੀ ਟ੍ਰਿਬਿਊਨ ਰਾਹੀਂ ਸੈਂਕੜੇ ਹਜ਼ਾਰਾਂ ਪਾਠਕ ਵਿਦਿਆਰਥੀ ਮੇਰੇ ਸੰਪਰਕ ਵਿੱਚ ਆਏ। ਯੂਨੀਵਰਸਿਟੀ ਦੇ ਗਵਾਂਢ ਵਿੱਚ ਮਕਾਨ ਉਸਾਰਨਾ ਮੇਰੇ ਜੀਵਨ ਲਈ ਬੜਾ ਲਾਭਕਾਰੀ ਸਾਬਤ ਹੋਇਆ। ਪਿਛਲੀ ਸਦੀ ਦੇ 9ਵੇਂ ਦਹਾਕੇ ਵਿੱਚ ਮੇਰੀ ਕਈ ਦੇਸ਼ਾਂ ਦੀ ਪਹਿਲੀ ਵਿਦੇਸ਼ ਯਾਤਰਾ ਅਸਲੋਂ ਹੀ ਇੱਕ ਨਵਾਂ ਅਨੁਭਵ ਸੀ, ਜਿਸ ਤੋਂ ਪ੍ਰੇਰਨਾ ਲੈ ਕੇ ਮੈਨੂੰ ਪਤਨੀ ਨਾਲ ਭਾਰਤ ਦੇ ਸਾਰੇ ਵੱਡੇ ਸ਼ਹਿਰ ਅਤੇ ਸੰਸਾਰ ਦੇ ਲਗਭਗ 40 ਦੇਸ਼ ਘੁੰਮਣ ਦਾ ਅਵਸਰ ਮਿਲਿਆ। ਮਨੁੱਖ 3 ਢੰਗਾਂ ਨਾਲ ਗਿਆਨ ਪ੍ਰਾਪਤ ਕਰਦਾ ਹੈ: ਆਪਣੇ ਅਨੁਭਵਾਂ ਰਾਹੀਂ, ਪੁਸਤਕਾਂ ਰਾਹੀਂ ਅਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਰਾਹੀਂ। ਆਪਣੇ ਜੀਵਨ ਵਿੱਚ ਮੈਨੂੰ ਬਚਪਨ ਤੋਂ ਹੀ ਬਾਲ ਮਜ਼ਦੂਰੀ ਕਾਰਨ ਭਾਂਤ-ਭਾਂਤ ਦੇ ਲੋਕਾਂ ਦੇ ਸੰਪਰਕ ਵਿੱਚ ਆਉਣ ਦਾ ਅਵਸਰ ਮਿਲਦਾ ਰਿਹਾ। ਇਹ ਵਿਅਕਤੀ ਮੁੱਖ ਤੌਰ ਤੇ 3 ਪ੍ਰਕਾਰ ਦੇ ਸਨ: ਮਿਹਰਬਾਨ, ਮਾਲਕ ਨੌਕਰ ਦੀ ਸੋਚ ਵਾਲੇ ਅਤੇ ਅਜਨਬੀ। ਲਗਭਗ 25 ਕੰਮ ਕਰਨ ਦੇ ਦੌਰਾਨ ਮਿਲਣ ਵਾਲੇ ਕੁਝ ਅਜਿਹੇ ਵੀ ਸਨ ਜਿਨ੍ਹਾਂ ਵਿੱਚ ਇਨਸਾਨੀ ਗੁਣਾਂ ਦੀ ਘਾਟ ਸੀ। ਅਜਿਹੇ ਵਧੇਰੇ ਸਨ ਜਿਹੜੇ ਆਪਣੇ ਸਵਾਰਥ ਤੱਕ ਸੀਮਿਤ ਸਨ। ਕੁਝ ਅਜਿਹੇ ਵੀ ਸਨ ਜਿਹੜੇ ਆਪਣੇ ਨਾਲੋਂ ਹੋਰਾਂ ਦਾ ਧਿਆਨ ਵਧੇਰੇ ਰੱਖਦੇ ਸਨ। ਜਿਹੜਾ ਵੀ ਮਿਲਿਆ ਕੁਝ ਸਿਖਾ ਕੇ ਹੀ ਗਿਆ। ਧਿਆਨ ਵਧੇਰੇ ਰੱਖਦੇ ਸਨ। ਇਹਨਾਂ ਵਿਅਕਤੀਆਂ ਦੇ ਸੁਭਾਅ ਅਤੇ ਸੋਚ ਦੇ ਆਧਾਰ ਤੇ ਮੈਨੂੰ ਇਹਨਾਂ ਦਾ ਮੁਲਾਂਕਣ ਕਰਨ ਦੀ ਲੋੜ ਪਈ ਅਤੇ ਮਨੋਵਿਸ਼ਲੇਸ਼ਣ ਕਰਨ ਦੀ ਜਾਂਚ ਆਈ। ਪੁਰਸ਼ਾਂ ਦੇ ਮੁਕਾਬਲੇ ਮਿਲਣ ਵਾਲੀਆਂ ਇਸਤਰੀਆਂ ਵਧੇਰੇ ਦਿਲਚਸਪ ਅਤੇ ਗੁੰਝਲਦਾਰ ਸਨ। ਕੁਝ ਲੜਾਕੀਆਂ ਅਤੇ ਨਿਰਮੋਹੀ ਸਨ, ਪਰ ਬਹੁਤੀਆਂ ਮਮਤਾ ਦੀਆਂ ਮੂਰਤੀਆਂ ਸਨ। ਕਈ ਸੋਹਣੀਆਂ, ਸੁਨੱਖੀਆਂ, ਸਿਆਣੀਆਂ ਅਤੇ ਮਿਹਰਬਾਨ ਇਸਤਰੀਆਂ ਦੇ ਸੰਪਰਕ ਵਿੱਚ ਆਉਣ ਦਾ ਅਵਸਰ ਮਿਲਿਆ। ਕਈਆਂ ਨੂੰ ਮੈਂ ਪਿਆਰ ਕੀਤਾ, ਪਰ ਕਿਸੇ ਨੇ ਮੈਨੂੰ ਪਿਆਰ ਕਰਨ ਦੇ ਯੋਗ ਨਹੀਂ ਸਮਝਿਆ। ਇਸ ਮਾਯੂਸੀ ਅਤੇ ਉਦਾਸੀ ਕਾਰਨ ਪਏ ਘਾਟੇ ਨੂੰ ਨਫੇ ਵਿੱਚ ਬਦਲਣ ਲਈ ਮੈਂ ਫਿਲਾਸਫੀ ਵੱਲ ਝੁਕਿਆ। ਮੇਰੇ ਉੱਤੇ ਮੇਰੀ ਮਾਂ ਦਾ ਵਿਸ਼ਾਲ ਪ੍ਰਭਾਵ ਰਿਹਾ ਹੈ। ਮੈਂ ਪਤਨੀ ਦੀ ਮਿਹਰਬਾਨ ਨਿਗਰਾਨੀ ਦਾ ਸੁੱਖ ਮਾਣਿਆ ਹੈ। ਸਾਡਾ ਪਹਿਲਾ ਬੱਚਾ ਧੀ ਸੀ, ਜਿਹੜੀ ਸਿਆਣੀ, ਮਿਹਨਤੀ ਅਤੇ ਅਗਵਾਈ ਵਾਲੀਆਂ ਆਦਤਾਂ ਕਾਰਨ ਪਰਿਵਾਰ ਵਿੱਚ ਨੈਤਿਕ ਅਨੁਸ਼ਾਸਨ ਦੀ ਪਾਲਣਹਾਰ ਰਹੀ ਹੈ। ਸਾਨੂੰ 1 ਧੀ ਅਤੇ 2 ਪੁੱਤਰਾਂ ਨੂੰ ਪਾਲਣ ਦੀ ਮੌਜ ਅਤੇ ਇਨਸਾਨ ਬਣਾਉਣ ਦਾ ਅਵਸਰ ਮਿਲਿਆ ਹੈ। ਜੀਵਨ ਵਿੱਚ ਅਧਿਆਪਕ ਅਤੇ ਲੇਖਕ ਵਜੋਂ ਮੈਨੂੰ ਅਨੇਕਾਂ ਦਿਲਚਸਪ ਪੁਰਸ਼ਾਂ ਅਤੇ ਇਸਤਰੀਆਂ ਦੇ ਸੰਪਰਕ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਦਾ ਪ੍ਰਭਾਵ ਗ੍ਰਹਿਣ ਕਰ ਅਤੇ ਪ੍ਰਾਪਤ ਕੀਤੀ ਸੋਝੀ ਨੂੰ ਪ੍ਰਗਟਾਉਣ ਦੀ ਸਹੂਲਤ ਮੈਂ ਨਿਰੰਤਰ ਮਾਣੀ ਹੈ। ਮੇਰਾ ਅਨੁਭਵ ਰਿਹਾ ਹੈ ਕਿ ਜੇ ਤੁਸੀਂ ਜੀਵਨ ਵਿੱਚ ਕੁਝ ਮਹੱਤਵਪੂਰਨ ਕਰਨਾ ਹੈ ਤਾਂ ਉਸ ਵਾਸਤੇ ਸਮਾਂ ਅਤੇ ਸ਼ਕਤੀ ਜਟਾਉਣ ਲਈ ਬਹੁਤ ਕੁਝ ਤਿਆਗਣਾ ਵੀ ਪੈਂਦਾ ਹੈ। ਇਸ ਪੱਖ ਤੋਂ ਵਿਅਕਤੀ ਦੀਆਂ ਆਦਤਾਂ, ਕੰਮ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਅਤੇ ਉਸ ਦੀਆਂ ਤਰਜੀਹਾਂ ਬੜੇ ਮਹੱਤਵਪੂਰਨ ਪੱਖ ਹੁੰਦੀਆਂ ਹਨ।
ਮੈਨੂੰ ਬਚਪਨ ਤੋਂ ਹੀ ਸਵਖਤੇ ਜਾਗਣ ਅਤੇ ਨਹਾ ਧੋ ਕੇ ਤਿਆਰ ਹੋਣ ਦੀ ਲੋੜ ਅਤੇ ਆਦਤ ਰਹੀ ਹੈ। ਸਵੇਰੇ ਸੈਰ ਕਰਨ ਦਾ ਮੈਂ ਸਦਾ ਆਨੰਦ ਮਾਣਿਆ ਹੈ। ਮੈਨੂੰ ਇਕੱਲਿਆਂ ਚੁੱਪ ਕਰਕੇ ਵਿਚਰਨਾ ਅਤੇ ਨਿਗਰਾਨੀ ਤੋਂ ਮੁਕਤ ਕੰਮ ਕਰਨਾ ਚੰਗਾ ਲੱਗਦਾ ਹੈ। ਗਰਮੀਆਂ ਸਰਦੀਆਂ ਵਿੱਚ ਸਵੇਰੇ ਲਗਭਗ 7:30 ਵਜੇ ਤੋਂ ਪਹਿਲਾਂ ਨਾਸ਼ਤਾ ਕਰਕੇ 8 ਵਜੇ ਤੱਕ ਸਵੇਰੇ ਦਾ ਨਿਤਨੇਮ ਪੂਰਾ ਕਰਨ ਦਾ ਮੇਰਾ ਸੁਭਾਅ ਰਿਹਾ ਹੈ। ਮੈਂ ਟੈਲੀਵਿਜ਼ਨ ਅਤੇ ਆਮ ਫਿਲਮਾਂ ਬਹੁਤ ਘੱਟ ਵੇਖਦਾ ਹਾਂ। ਮੇਰੀਆਂ ਖਾਣ ਪੀਣ ਦੀਆਂ ਆਦਤਾਂ ਬੜੀਆਂ ਸਾਦੀਆਂ, ਉਦਾਰ ਅਤੇ ਸਹਿਯੋਗੀ ਹਨ। ਕਿਸੇ ਚੀਜ਼ ਤੋਂ ਇਨਕਾਰ ਨਹੀਂ, ਪਰ ਕਿਸੇ ਚੀਜ਼ ਲਈ ਤਾਂਘ ਵੀ ਨਹੀਂ। ਰਾਜਨੀਤਿਕ ਅਤੇ ਧਾਰਮਿਕ ਵਿਵਾਦਾਂ ਵਿੱਚ ਮੇਰੀ ਦਿਲਚਸਪੀ ਨਹੀਂ। ਲਿਖਣ ਜਾਂ ਪੜ੍ਹਨ ਵਾਸਤੇ ਮੈਨੂੰ ਮੂਡ ਬਣਾਉਣ ਦੀ ਲੋੜ ਨਹੀਂ ਪੈਂਦੀ। ਬਹੁਤ ਸਮਾਂ ਮੈਂ ਘਰ ਵਿਚਲੇ ਆਪਣੇ ਕਮਰੇ ਵਿੱਚ ਪ੍ਰਸੰਨਤਾ ਨਾਲ ਵਿਚਰਦਾ ਹਾਂ। ਮੈਨੂੰ ਪਤਵੰਤਿਆਂ ਦੀ ਥਾਂ ਸਧਾਰਨ ਇਸਤਰੀਆਂ ਅਤੇ ਪੁਰਸ਼ ਚੰਗੇ ਲੱਗਦੇ ਹਨ। ਸਮੁੱਚੇ ਰੂਪ ਵਿੱਚ ਮੈਂ ਸਧਾਰਨ, ਸਰਲ ਅਤੇ ਸੰਜਮੀ ਆਦਤਾਂ ਵਾਲਾ ਔਸਤ ਵਿਅਕਤੀ ਹਾਂ। ਇਵੇਂ ਤੁਹਾਡੇ ਹੱਥ ਵਿੱਚ ਇੱਕ ਸਧਾਰਨ ਵਿਅਕਤੀ ਦੀ ਸਵੈ ਜੀਵਨੀ ਹੈ। ਦੋਸਤੋ, ਇਸ ਦੇ ਨਾਲ ਹੀ ਇਹ ਜਿਹੜੀ ਭੂਮਿਕਾ ਖਤਮ ਹੁੰਦੀ ਹੈ ਤਾਂ ਹੁਣ ਇਸ ਦਾ ਮੇਨ ਜਿਹੜਾ ਲੇਖ ਆ ਉਹ ਸ਼ੁਰੂ ਹੁੰਦਾ ਹੈ। ਸਵੈ ਜੀਵਨੀ ਲਿਖਣ ਦੇ ਪੱਖੋਂ ਮੇਰੇ ਸਾਹਮਣੇ ਕਈ ਸਵੈ ਜੀਵਨੀਆਂ ਸਨ। ਮਨੋਵਿਗਿਆਨਕ ਦੇ ਪਿਤਾਮਾ ਅਤੇ ਨਿਰਮਾਤਾ ਫਰਾਇਡ ਦੀ ਉਦਾਹਰਣ ਤੋਂ ਮੈਂ ਪ੍ਰਭਾਵਿਤ ਸਾਂ, ਜਿਸ ਨੇ ਆਪਣੇ ਜੀਵਨ ਦੇ ਅਨੁਭਵਾਂ ਅਤੇ ਘਟਨਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਮਨੋਵਿਗਿਆਨ ਉਸਾਰ ਦਿੱਤਾ ਸੀ ਅਤੇ ਸੰਸਾਰ ਵਿੱਚ ਮਨੁੱਖੀ ਮਨ ਅਤੇ ਵਿਹਾਰ ਨੂੰ ਸਮਝਣ ਦਾ ਢੰਗ ਹੀ ਬਦਲ ਦਿੱਤਾ ਸੀ। ਮਨੋਵਿਗਿਆਨ ਨੇ ਸਿੱਖਿਆ, ਚਿਕਿਤਸਾ, ਸਾਹਿਤ, ਇਸਤਰੀ ਪੁਰਸ਼ ਸੰਬੰਧਾਂ ਸਮੇਤ ਜੀਵਨ ਦੇ ਹਰੇਕ ਖੇਤਰ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਮਨੋਵਿਗਿਆਨ ਦੇ ਵਿਕਸਿਤ ਹੋਣ ਨਾਲ ਹੁਣ ਹਰੇਕ ਸਮੱਸਿਆ ਅਤੇ ਵਿਹਾਰ ਦੀ ਹਰੇਕ ਵੰਨਗੀ ਦੇ ਮਨੋਵਿਗਿਆਨਕ ਪੱਖ ਵੀ ਵਿਚਾਰੇ ਜਾਣ ਲੱਗ ਪਏ ਹਨ। ਮੈਨੂੰ ਫਿਲਾਸਫੀ ਦਾ ਵਿਧੀਵਤ ਅਧਿਐਨ ਕਰਨ ਦਾ ਅਵਸਰ ਮਿਲਿਆ ਸੀ, ਜਿਸ ਵਿੱਚ ਮਨੋਵਿਗਿਆਨ ਦਾ ਵਿਸਤ੍ਰਿਤ ਅਧਿਐਨ ਵੀ ਸ਼ਾਮਲ ਸੀ, ਜਿਸ ਸਦਕਾ ਮੈਨੂੰ ਆਲੇ ਦੁਆਲੇ ਦੇ ਲੋਕਾਂ ਦੀਆਂ ਮਾਨਸਿਕ ਅਤੇ ਵਿਹਾਰਿਕ ਸਮੱਸਿਆਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਰਿਹਾ ਹੈ। ਇਸ ਪੱਖੋਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਸਮਾਜਿਕ, ਸੱਭਿਆਚਾਰਕ, ਦਾਰਸ਼ਨਿਕ ਅਤੇ ਮਨੋਵਿਗਿਆਨਕ ਪੱਖਾਂ ਤੋਂ ਜੀਵਨ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਹੈ। ਸਮੁੱਚੇ ਰੂਪ ਵਿੱਚ ਮੈਂ ਮਨੁੱਖੀ ਵਿਹਾਰ ਦੇ ਵੱਖ-ਵੱਖ ਪੱਖਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਜੇ ਵਿਸ਼ੇ ਮੇਰੇ ਸਨ ਤਾਂ ਉਹਨਾਂ ਦੀ ਪੇਸ਼ਕਾਰੀ ਅਤੇ ਸ਼ੈਲੀ ਵੀ ਮੇਰੀ ਹੋਣੀ ਸੁਭਾਵਿਕ ਸੀ। ਮਨੋਵਿਗਿਆਨਕ ਅਤੇ ਦਾਰਸ਼ਨਿਕ ਸ਼ੋਹਾਂ ਵਾਲੇ ਇਸ ਢੰਗ ਨੂੰ ਨਵਾਂ ਕਿਹਾ ਜਾਵੇ ਤਾਂ ਇਹਨਾਂ ਦੀ ਪੇਸ਼ਕਾਰੀ ਨੂੰ ਵੀ ਸੱਜਰਾ ਕਿਹਾ ਜਾਣਾ ਚਾਹੀਦਾ ਹੈ। ਫਰਾਇਡ ਦੇ ਮਨੋਵਿਗਿਆਨ ਨੇ ਹਰੇਕ ਵਿਅਕਤੀ ਨੂੰ ਮਾਨਸਿਕ ਸਮੱਸਿਆਵਾਂ ਵਿੱਚ ਉਲਝਿਆ ਬਿਮਾਰ ਵਿਖਾਇਆ ਹੈ, ਪਰੰਤੂ ਮੇਰਾ ਯਤਨ ਰਿਹਾ ਹੈ ਕਿ ਮਨੁੱਖ ਨੂੰ ਆਪਣੀਆਂ ਉਲਝਣਾਂ, ਸਮੱਸਿਆਵਾਂ ਅਤੇ ਮੁਸ਼ਕਲਾਂ ਹੱਲ ਕਰਨ ਦੇ ਸਮਰੱਥ ਬਣਾਇਆ ਜਾਵੇ। ਜਦੋਂ ਅਤੇ ਜਿਨ੍ਹਾਂ ਲਈ ਮੈਂ ਲਿਖ ਰਿਹਾ ਸਾਂ, ਉਸ ਸਮੇਂ ਅਤੇ ਉਹਨਾਂ ਲਈ ਅਜਿਹੇ ਢੰਗ ਦੀ ਲੋੜ ਸੀ। ਇਸ ਉਦੇਸ਼ ਦੀ ਪੂਰਤੀ ਲਈ ਮੈਂ ਆਸ਼ਾਵਾਦੀ, ਹਾਂ ਪੱਖੀ, ਚੜ੍ਹਦੀ ਕਲਾ ਵਾਲੇ, ਸਿਦਕ ਸਿਰੜ ਅਤੇ ਦ੍ਰਿੜਤਾ ਵਾਲੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ। ਜਿਉਂ-ਜਿਉਂ ਮੈਂ ਆਪਣੇ ਜੀਵਨ ਦੀਆਂ ਸਮੱਸਿਆਵਾਂ, ਮੁਸ਼ਕਲ ਸਥਿਤੀਆਂ ਅਤੇ ਸੰਕਟਾਂ ਨੂੰ ਹੱਲ ਕਰਦਾ ਗਿਆ ਹਾਂ, ਤਿਉਂ-ਤਿਉਂ ਮੇਰੀ ਸਮਝ ਦਾ ਘੇਰਾ, ਸਮਰੱਥਾ, ਮਨੋਬਲ ਅਤੇ ਸਵੈ ਵਿਸ਼ਵਾਸ ਵੱਧਦਾ ਗਿਆ ਹੈ। ਮੈਂ ਇੱਕ ਔਸਤ ਯੋਗਤਾਵਾਂ ਅਤੇ ਅਯੋਗਤਾਵਾਂ ਵਾਲਾ ਵਿਅਕਤੀ ਹਾਂ ਅਤੇ ਮੈਂ ਆਪਣੇ ਅਨੁਭਵਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਤਾਂ ਕਿ ਹਰੇਕ ਔਸਤ ਵਿਅਕਤੀ ਇਹਨਾਂ ਵਿੱਚੋਂ ਆਪਣੇ ਜੀਵਨ ਦੇ ਵੇਰਵੇ ਪੜ੍ਹ ਸਕੇ। ਹਰੇਕ ਵਿਅਕਤੀ ਦਾ ਲਗਭਗ 90% ਜੀਵਨ ਹੋਰਾਂ ਵਰਗਾ ਅਤੇ ਸਮੁੱਚੀ ਮਾਨਵ ਜਾਤੀ ਨਾਲ ਸਾਂਝਾ ਹੁੰਦਾ ਹੈ। ਇਸ ਪੱਖ ਤੋਂ ਮੇਰੇ ਸੌਣ, ਜਾਗਣ, ਖਾਣ ਪੀਣ, ਮਿਲਣ ਵਰਤਣ, ਜਿੱਤਣ ਹਾਰਨ, ਕਮਾਉਣ ਖਰਚਣ, ਪ੍ਰਸੰਨ ਉਦਾਸ ਹੋਣ ਦੇ ਵੇਰਵੇ ਹੋਰਾਂ ਨਾਲ ਸਾਂਝੇ ਹਨ। ਅੰਤਰ ਕੇਵਲ ਇਹ ਹੈ ਕਿ ਪ੍ਰੋਫੈਸਰ ਹੋਣ ਕਾਰਨ ਪੜ੍ਹਨਾ, ਪੜ੍ਹਾਉਣਾ ਅਤੇ ਲਿਖਣਾ ਮੇਰਾ ਅਭਿਆਸ ਅਤੇ ਕਰਤੱਵ ਬਣਿਆ ਹੈ, ਕਿਉਂਕਿ ਇਹਨਾਂ ਬਾਰੇ ਮੈਂ ਸੋਚਦਾ ਹਾਂ ਅਤੇ ਇਹਨਾਂ ਦਾ ਮੈਂ ਵਿਸ਼ਲੇਸ਼ਣ ਕਰਦਾ ਹਾਂ। ਉਂਝ ਲਿਖ ਤੁਸੀਂ ਵੀ ਸਕਦੇ ਹੋ, ਪਰ ਤੁਸੀਂ ਲਿਖਦੇ ਨਹੀਂ ਕਿਉਂਕਿ ਇਹਨਾਂ ਪੱਖਾਂ ਬਾਰੇ ਸੋਚਣ ਅਤੇ ਲਿਖਣ ਦੀ ਤੁਹਾਨੂੰ ਮੁਹਾਰਤ ਨਹੀਂ, ਪਰ ਇਹਨਾਂ ਮੁਹਾਰਤਾਂ ਤੋਂ ਇਲਾਵਾ ਸਾਡਾ ਸਭ ਕੁਝ ਸਾਂਝਾ ਹੈ। ਇਸ ਸਾਂਝ ਕਰਕੇ ਹੀ ਮੇਰਾ ਲਿਖਿਆ ਤੁਹਾਨੂੰ ਸਮਝ ਆਉਂਦਾ ਹੈ ਅਤੇ ਮੇਰਾ ਲਿਖਿਆ ਤੁਹਾਨੂੰ ਆਪਣਾ ਲੱਗਦਾ ਹੈ। ਇਸ ਪੱਖ ਤੋਂ ਮੇਰਾ ਤੁਹਾਡੇ ਨਾਲ ਅਤੇ ਤੁਹਾਡਾ ਮੇਰੇ ਨਾਲ ਲੇਖਕ ਪਾਠਕ ਦਾ ਗੂੜ੍ਹਾ, ਸਹਿਯੋਗੀ ਅਤੇ ਲਾਭਕਾਰੀ ਰਿਸ਼ਤਾ ਹੈ। ਜਿਹੜੇ ਅਨੁਭਵ ਮੈਂ ਸ਼ਿੱਦਤ ਨਾਲ ਮਹਿਸੂਸ ਕਰਕੇ ਹੰਢਾ ਕੇ ਲਿਖਦਾ ਰਿਹਾ ਹਾਂ, ਉਹਨਾਂ ਵਿੱਚ ਪਾਠਕਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਵੱਧ ਜਾਂਦੀ ਰਹੀ ਹੈ। ਜਿਹੜੇ ਅਨੁਭਵ ਲੇਖਕ ਦੇ ਦਿਲ ਵਿੱਚ ਉਪਜਦੇ ਹਨ,
ਉਹ ਪਾਠਕ ਦੇ ਦਿਲ ਨੂੰ ਛੂੰਹਦੇ ਹਨ। ਇਸ ਸਾਂਝ ਸਦਕਾ ਲੇਖਕ ਅਤੇ ਪਾਠਕ ਇੱਕ ਦੂਜੇ ਦੇ ਨੇੜੇ ਆਉਂਦੇ ਹਨ। ਇਵੇਂ ਤੁਸੀਂ ਮੇਰੇ ਅਨੁਭਵਾਂ ਦੇ ਭਾਈਵਾਲ ਹੋ ਅਤੇ ਮੈਂ ਤੁਹਾਡੀਆਂ ਭਾਵਨਾਵਾਂ ਦਾ ਪ੍ਰਤੀਨਿਧ ਹਾਂ। ਸਵੈ ਜੀਵਨੀ ਲਿਖਣ ਵਾਲੇ ਦੀ ਆਪਣੀ ਮੈਂ ਦਾ ਆਪ ਹੀ ਕੀਤਾ ਵਿਸ਼ਲੇਸ਼ਣ ਹੁੰਦੀ ਹੈ। ਇੱਕ ਨੇ ਆਪਣੀ ਸਵੈ ਜੀਵਨੀ ਇੱਕ ਵਾਕ ਵਿੱਚ ਹੀ ਨਿਪਟਾ ਦਿੱਤੀ ਸੀ। 40 ਰੁਪਏ, 40 ਸਾਲ, 40 ਕਰੋੜ। ਹਰੇਕ ਵਿਅਕਤੀ ਦੇ ਜੀਵਨ ਵਿੱਚ ਇਤਨਾ ਕੁਝ ਵਾਪਰਦਾ ਹੈ ਕਿ ਹਰੇਕ ਵਿਅਕਤੀ ਨੂੰ ਆਪਣੀ ਸਵੈ ਜੀਵਨੀ ਲਿਖਣੀ ਚਾਹੀਦੀ ਹੈ। ਸਵੈ ਜੀਵਨੀ ਦੇ ਵੇਰਵੇ ਹਰ ਕਿਸੇ ਕੋਲ ਹੁੰਦੇ ਹਨ, ਪਰ ਇਹਨਾਂ ਵੇਰਵਿਆਂ ਨੂੰ ਤਰਤੀਬ ਦੇਣ ਦੀ ਜਾਂਚ ਨਹੀਂ ਹੁੰਦੀ। ਸਧਾਰਨ ਵਿਅਕਤੀਆਂ ਲਈ ਕੁਝ ਵਾਕਾਂ ਦੀ ਚਿੱਠੀ ਲਿਖਣੀ ਵੀ ਮੁਸ਼ਕਿਲ ਹੁੰਦੀ ਹੈ, ਜਦੋਂ ਕਿ ਨਾਵਲਕਾਰ ਕਈ 100 ਪੰਨਿਆਂ ਦਾ ਨਾਵਲ ਰਚ ਦਿੰਦਾ ਹੈ। ਸਵੈ ਜੀਵਨੀ ਲਿਖਣ ਦਾ ਨਿਰਣਾ 2 ਆਧਾਰਾਂ 'ਤੇ ਕੀਤਾ ਜਾਂਦਾ ਹੈ। ਪਹਿਲਾ ਆਧਾਰ ਹੁੰਦਾ ਹੈ ਕਿ ਕੀ ਮੇਰੇ ਜੀਵਨ ਵਿੱਚ ਕੁਝ ਨਿਵੇਕਲਾ ਵਾਪਰਿਆ ਹੈ ਜਿਹੜਾ ਹੋਰਾਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਦੂਜਾ ਆਧਾਰ ਇਹ ਹੁੰਦਾ ਹੈ ਕਿ ਜੋ ਮੇਰੇ ਨਾਲ ਵਾਪਰਿਆ ਹੈ ਅਤੇ ਉਸ ਤੋਂ ਜੋ ਮੈਂ ਸਿੱਖਿਆ ਹੈ, ਕੀ ਉਸ ਨੂੰ ਜਾਣਨ ਦੀ ਹੋਰਾਂ ਵਿੱਚ ਦਿਲਚਸਪੀ ਹੋ ਸਕਦੀ ਹੈ। ਕੀ ਹੋਰਾਂ ਨੂੰ ਵੀ ਮੇਰੇ ਅਨੁਭਵਾਂ ਵਿੱਚੋਂ ਲਾਭਕਾਰੀ ਅਤੇ ਮਹੱਤਵਪੂਰਨ ਤੱਤ ਅਤੇ ਅਰਥ ਲੱਭ ਸਕਦੇ ਹਨ। ਇਹਨਾਂ ਦੋਹਾਂ ਆਧਾਰਾਂ ਦਾ ਸਾਂਝਾ ਪ੍ਰਸ਼ਨ ਇਹ ਬਣਦਾ ਹੈ ਕਿ ਕੀ ਮੈਂ ਆਪਣੇ ਜੀਵਨ ਦੇ ਵੇਰਵਿਆਂ ਦਾ ਅਰਥਪੂਰਨ ਵਿਸ਼ਲੇਸ਼ਣ ਕਰਕੇ ਨਿਸ਼ਕਰਸ਼ ਕੱਢ ਸਕਦਾ ਹਾਂ। ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰੇ ਜੀਵਨ ਵਿੱਚ ਬਹੁਤ ਕੁਝ ਅਜਿਹਾ ਵਾਪਰਿਆ ਹੈ ਜੋ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ। ਇਸ ਅਹਿਸਾਸ ਅਤੇ ਭਾਵਨਾ ਨੇ ਹੀ ਮੈਨੂੰ ਆਪਣੀ ਸਵੈ ਜੀਵਨੀ ਲਿਖਣ ਲਈ ਪ੍ਰੇਰਿਆ ਹੈ, ਜਿਸ ਨੂੰ ਤੁਸੀਂ ਪੜ੍ਹਨ ਦੀ ਖੇਚਲ ਕਰ ਰਹੇ ਹੋ। ਹਰ ਲੇਖਕ ਅਕਸਰ ਆਪਣੀ ਸਵੈ ਜੀਵਨੀ ਵਿੱਚ ਆਪਣੀ ਕਿਸੇ ਘਾਟ ਨੂੰ ਪੂਰਨ ਜਾਂ ਆਪਣੀ ਕਿਸੇ ਊਣ ਨੂੰ ਢੱਕਣ ਦਾ ਕਾਰਜ ਕਰਦਾ ਹੈ। ਅੰਗਰੇਜ਼ੀ ਦਾ ਪ੍ਰਸਿੱਧ ਗਲਪਕਾਰ ਸਾਮਰਸੈਟ ਮੌਮ ਅੰਗਰੇਜ਼ੀ ਨਾਵਲ ਵਿੱਚ ਮੇਰੀ ਮੁੱਢਲੀ ਜਾਣ ਪਛਾਣ ਸਮੇਂ ਮੇਰਾ ਹਰਮਨ ਪਿਆਰਾ ਨਾਵਲਕਾਰ ਸੀ। ਉਹ ਥਤਲਾਉਂਦਾ ਸੀ, ਜਿਸ ਕਾਰਨ ਇਸ ਊਣ ਤੋਂ ਉਪਜੀ ਹੀਣ ਭਾਵਨਾ ਨੂੰ ਛੁਪਾਉਣ ਲਈ ਉਹ ਆਪਣੇ ਘਰ ਅੰਦਰ ਰਹਿ ਕੇ ਪਿਤਾ ਦੀ ਘਰ ਅੰਦਰ ਉਸਾਰੀ ਲਾਇਬ੍ਰੇਰੀ ਵਿੱਚੋਂ ਪੁਸਤਕਾਂ ਪੜ੍ਹਦਾ ਰਹਿੰਦਾ ਸੀ, ਜਿਸ ਕਾਰਨ ਉਸਨੇ ਆਪ ਵੀ ਸੋਚਣਾ ਅਤੇ ਲਿਖਣਾ ਆਰੰਭ ਕੀਤਾ। ਹੌਲੀ ਹੌਲੀ ਉਸ ਦਾ ਇੱਕ ਵਿਸ਼ਾਲ ਪਾਠਕ ਵਰਗ ਉਸਰਿਆ ਅਤੇ ਉਹ ਅੰਗਰੇਜ਼ੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਬਣ ਗਿਆ। ਇਸ ਪ੍ਰਸਿੱਧੀ ਨਾਲ ਉਸਰੇ ਸਵੈ ਵਿਸ਼ਵਾਸ ਕਾਰਨ ਉਸ ਦਾ ਥਥਲਾਉਣਾ ਵੀ ਠੀਕ ਹੋ ਗਿਆ। ਇਵੇਂ ਉਸ ਲਈ ਸਾਹਿਤ ਰਚਨਾ ਇੱਕ ਇਲਾਜੀ ਪ੍ਰਕਿਰਿਆ ਸਾਬਤ ਹੋਈ। ਸਾਹਿਤ ਪੜ੍ਹਨਾ ਅਤੇ ਸਾਹਿਤ ਰਚਨਾ ਦੋਵੇਂ ਕਾਰਜ ਵਿਅਕਤੀ ਦੀ ਸ਼ਖਸੀਅਤ ਨੂੰ ਉਸਾਰਨ, ਨਿਖਾਰਨ ਅਤੇ ਪ੍ਰਭਾਵਿਤ ਕਰਨ ਦਾ ਕਾਰਜ ਕਰਦੇ ਹਨ। ਮੇਰਾ ਆਪਣਾ ਅਨੁਭਵ ਰਿਹਾ ਹੈ ਕਿ ਜਿਉਂ-ਜਿਉਂ ਮੈਂ ਲਿਖਦਾ ਗਿਆ ਹਾਂ, ਤਿਉਂ-ਤਿਉਂ ਪਾਠਕਾਂ ਦੇ ਹੁੰਗਾਰੇ ਨਾਲ ਮੇਰਾ ਸਵੈ ਵਿਸ਼ਵਾਸ ਵਧਿਆ ਅਤੇ ਮੈਂ ਨਵੇਂ ਅਣਛੋਹੇ ਵਿਸ਼ਿਆਂ 'ਤੇ ਲਿਖਣ ਦਾ ਪ੍ਰਯੋਗ ਕਰਦਾ ਰਿਹਾ। ਇਸ ਸਦਕਾ 40 ਸਾਲਾਂ ਦੌਰਾਨ ਮੈਂ ਲਗਭਗ 400 ਲੇਖ ਲਿਖੇ ਹਨ ਅਤੇ ਆਪਣੇ ਅਨੁਭਵਾਂ ਉੱਤੇ ਆਧਾਰਿਤ ਜੀਵਨ ਸੰਬੰਧੀ ਟਿੱਪਣੀਆਂ ਦੇ ਮਾਲਾ ਮਣਕੇ, ਕੱਲਿਆਂ ਦਾ ਕਾਫਲਾ ਜਿਹੇ 5 ਸੰਗ੍ਰਹਿ ਲਿਖੇ ਹਨ। ਮੈਂ ਮਾਣ ਨਾਲ ਲਿਖ ਰਿਹਾ ਹਾਂ ਕਿ ਮੈਂ ਉਹਨਾਂ ਵਿਸ਼ਿਆਂ ਅਤੇ ਜੀਵਨ ਦੇ ਅਜਿਹੇ ਪੱਖਾਂ ਬਾਬਤ ਲਿਖਿਆ ਹੈ ਜਿਨ੍ਹਾਂ ਬਾਰੇ ਪਹਿਲਾਂ ਨਹੀਂ ਲਿਖਿਆ ਗਿਆ। ਇਸ ਪੱਖੋਂ ਪੰਜਾਬੀ ਵਿੱਚ ਇਹ ਨਿਵੇਕਲਾ ਉਪਰਾਲਾ ਸੀ। ਜੇ ਕੋਈ ਮੇਰੀਆਂ ਲਿਖਤਾਂ ਦਾ ਵਿਉਂਤ ਬਣਾ ਕੇ ਅਧਿਐਨ ਕਰੇ ਤਾਂ ਉਹ ਵੀ ਲੇਖਕ ਬਣ ਜਾਵੇਗਾ। ਲਿਖਣਾ ਲੇਖਕ ਲਈ ਜੀਵਨ ਦੇ ਦਬਾਵਾਂ ਤਣਾਵਾਂ ਤੋਂ ਮੁਕਤ ਹੋਣ ਦਾ ਉਪਰਾਲਾ ਹੁੰਦਾ ਹੈ। ਸਾਹਿਤਕਾਰ ਸਧਾਰਨ ਵਿਅਕਤੀਆਂ ਦੀ ਤੁਲਨਾ ਵਿੱਚ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਉਹਨਾਂ ਵਿੱਚ ਰਚਨਾਤਮਕ ਊਰਜਾ ਵਧੇਰੇ ਹੁੰਦੀ ਹੈ, ਜਿਹੜੀ ਉਹਨਾਂ ਨੂੰ ਕੋਈ ਰਚਨਾਤਮਕ ਕਾਰਜ ਕਰਨ ਲਈ ਮਜਬੂਰ ਕਰਦੀ ਹੈ। ਲਿਖਣ ਵਾਂਗ ਪੜ੍ਹਨਾ ਵੀ ਸੰਵੇਦਨਸ਼ੀਲ ਵਿਅਕਤੀ ਦੀ ਲੋੜ ਬਣ ਜਾਂਦੀ ਹੈ। ਮੈਨੂੰ ਯਾਦ ਹੈ ਕਿ ਕਈ ਪੁਸਤਕਾਂ ਨੂੰ ਪੜ੍ਹਨਾ ਮੇਰੀ ਜ਼ਿੰਦਗੀ ਵਿੱਚ ਬੜਾ ਮਹੱਤਵਪੂਰਨ ਹੁਲਾਰਾ ਸਾਬਤ ਹੋਇਆ ਸੀ। ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨਾ ਬੜਾ ਉਤਸ਼ਾਹਪੂਰਨ ਕਾਰਜ ਸੀ। ਇਵੇਂ ਹੀ ਲੁਡਵਿਗ ਰਚਿਤ ਨੈਪੋਲੀਅਨ ਦੀ ਜੀਵਨੀ, ਮੌਂਤੇਨ ਰਚਿਤ ਉਸ ਦੇ ਲੇਖ, ਟੋਇਨਬੀ ਰਚਿਤ ਵਿਸ਼ਵ ਸੱਭਿਅਤਾ ਦਾ ਇਤਿਹਾਸ, ਗਿਬਨ ਰਚਿਤ ਰੋਮਨ ਬਾਦਸ਼ਾਹਤ ਦੇ ਪਤਨ ਦੇ ਵੇਰਵੇ ਪੜ੍ਹਨੇ ਮੇਰੇ ਜੀਵਨ ਦਾ ਸੁਭਾਗ ਰਹੇ ਹਨ। ਮੈਨੂੰ ਯਾਦ ਹੈ ਜਦੋਂ ਮੈਂ ਫਿਲਾਸਫੀ ਦੀ MA ਕਰ ਰਿਹਾ ਸਾਂ ਤਾਂ ਮੈਂ ਬੜੇ ਉਤਸ਼ਾਹ ਅਤੇ ਉਮਾਹ ਵਿੱਚ ਹੋਇਆ ਕਰਦਾ ਸਾਂ ਅਤੇ ਉਸ ਸਮੇਂ ਸੰਗਰੂਰ ਵਿੱਚ ਮੇਰੀ ਅਧਿਆਪਨ ਦੀ ਕਾਰਜਕਾਰੀ ਵੀ ਉਤਸ਼ਾਹ ਵਾਲੀ ਹੁੰਦੀ ਸੀ। ਸਪਸ਼ਟ ਹੈ ਕਿ ਜੇ ਕੋਈ ਕਾਰਜ ਲਗਨ ਅਤੇ ਜੋਸ਼ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਉਸ ਵਿੱਚੋਂ ਸ਼ਕਤੀ ਮਿਲਦੀ ਹੈ। ਇਹਨਾਂ ਵੇਰਵਿਆਂ ਨੂੰ ਪਾਠਕਾਂ ਨਾਲ ਸਾਂਝਾ ਕਰਨ ਦੀ ਸੋਚ ਸਵੈ ਜੀਵਨੀ ਲਿਖਣ ਦਾ ਮੇਰਾ ਨਿਰਣਾ ਬਣੀ ਹੈ।
ਕਰੋਨਾ ਕਾਰਨ ਲੋਕਡਾਊਨ ਦੇ ਲੰਮੇ ਦੌਰ ਵਿੱਚ ਘਰ ਅੰਦਰ ਰਹਿਣ ਦੀ ਮਜਬੂਰੀ ਦਾ ਲਾਭ ਉਠਾਉਂਦਿਆਂ ਮੈਂ ਆਪਣੀ ਸਵੈ ਜੀਵਨੀ ਦਾ ਖਰੜਾ ਤਿਆਰ ਕਰਦਾ ਰਿਹਾ ਹਾਂ। ਇੱਕ ਕਾਰਨ ਇਹ ਵੀ ਸੀ ਕਿ ਮੇਰੇ ਦੋ ਪਿਆਰੇ ਮਿੱਤਰ ਕਰੋਨਾ ਦੀ ਭੇਟ ਚੜ੍ਹ ਗਏ ਸਨ ਅਤੇ ਆਪਣੇ ਆਪ ਬਾਰੇ ਵੀ ਮੈਂ ਚਿੰਤਾ ਮੁਕਤ ਨਹੀਂ ਸਾਂ। ਉਂਝ ਲੋਕਡਾਊਨ ਵਾਲਾ ਸਮਾਂ ਬੜੀ ਢਹਿੰਦੀ ਕਲਾ ਵਾਲਾ ਦੌਰ ਸੀ, ਪਰ ਸਵੈ ਜੀਵਨੀ ਦਾ ਖਰੜਾ ਤਿਆਰ ਕਰਨ ਦਾ ਕਾਰਜ ਮੇਰੇ ਲਈ ਢਹਿੰਦੀ ਕਲਾ ਵਿੱਚੋਂ ਉਭਰਨ ਲਈ ਇਲਾਜੀ ਪ੍ਰਕਿਰਿਆ ਸੀ। ਜੀਵਨ ਵਿੱਚ ਕਈ ਘਟਨਾਵਾਂ ਅਚਾਨਕ ਵਾਪਰ ਜਾਂਦੀਆਂ ਹਨ, ਪਰ ਉਹਨਾਂ ਦੀ ਚੀਸ ਲੰਮਾ ਅਰਸਾ ਪੈਂਦੀ ਰਹਿੰਦੀ ਹੈ ਅਤੇ ਯਾਦ ਦਹਾਕਿਆਂ ਤੱਕ ਆਉਂਦੀ ਰਹਿੰਦੀ ਹੈ। ਮੇਰੀ ਮਾਂ ਦੱਸਿਆ ਕਰਦੀ ਸੀ ਕਿ ਜਦੋਂ ਰੌਲੇ ਪੈ ਗਏ ਤਾਂ ਉਜਾੜੇ ਵਾਪਰੇ ਅਤੇ ਵਸਦੇ ਰਸਦੇ ਪਰਿਵਾਰ ਸ਼ਰਨਾਰਥੀਆਂ ਦੇ ਲੰਮੇ ਕਾਫਲੇ ਬਣ ਗਏ। ਉਸ ਭੀੜ ਵਿੱਚ ਕਿਸੇ ਨੇ ਸਿਰ ਤੇ ਲੋਹੇ ਦਾ ਟਰੰਕ ਚੁੱਕਿਆ ਹੋਇਆ ਸੀ ਅਤੇ ਉਸ ਦੇ ਅਚਾਨਕ ਗਰਦਨ ਮੁੜਨ ਤੇ ਟਰੰਕ ਦਾ ਇੱਕ ਕੋਨਾ ਨਾਲ ਟੁਰ ਰਹੇ ਮੇਰੇ ਦਾਦਾ ਜੀ ਦੀ ਅੱਖ ਵਿੱਚ ਵੱਜ ਗਿਆ ਸੀ। ਸ਼ਰਨਾਰਥੀਆਂ ਦੇ ਕਾਫਲੇ ਵਿੱਚ ਕਿਸੇ ਇਲਾਜ ਜਾਂ ਸਹਾਇਤਾ ਦੀ ਕੋਈ ਸੰਭਾਵਨਾ ਨਹੀਂ ਸੀ, ਜਿਸ ਕਾਰਨ ਪਹਿਲਾਂ ਦਾਦਾ ਜੀ ਦੀ ਇੱਕ ਅੱਖ ਅਤੇ ਕੁਝ ਘੰਟਿਆਂ ਮਗਰੋਂ ਦੂਜੀ ਅੱਖ ਤੋਂ ਵੀ ਦਿਸਣਾ ਬੰਦ ਹੋ ਗਿਆ ਸੀ। ਇਸ ਹਾਲਤ ਵਿੱਚ ਦਾਦਾ ਜੀ ਨੂੰ ਸੰਭਾਲਣਾ ਬੜਾ ਮੁਸ਼ਕਲ ਸੀ। ਮੇਰੀ ਮਾਂ ਦੱਸਦੀ ਸੀ ਕਿ ਦਾਦਾ ਜੀ ਨੂੰ ਆਵਾਜ਼ਾਂ ਤਾਂ ਸੁਣਦੀਆਂ ਸਨ, ਪਰ ਦਿਸਦਾ ਕੁਝ ਨਹੀਂ ਸੀ। ਮੈਂ ਕੇਵਲ 2 ਕੁ ਸਾਲ ਦਾ ਸਾਂ। ਮੇਰੀ ਭੈਣ 4 ਸਾਲ ਦੀ ਅਤੇ ਮੇਰਾ ਵੱਡਾ ਭਰਾ 8 ਸਾਲ ਦਾ ਸੀ। ਮੈਨੂੰ ਚੁੱਕਣਾ ਅਤੇ ਤੁਰਨਾ ਦੋਵੇਂ ਮੁਸ਼ਕਲ ਸਨ। ਮੇਰਾ ਭਰਾ ਦੱਸਦਾ ਸੀ ਕਿ ਅਸੀਂ ਲੋਕਾਂ ਦੀ ਭੀੜ ਵਿੱਚ ਤੁਰੀ ਜਾਂਦੇ ਸਾਂ, ਕਿਧਰੇ ਰੁਕਦੇ ਨਹੀਂ ਸਾਂ। ਮਾਪੇ ਸਾਨੂੰ ਪਿੱਛੇ ਰਹਿ ਗਿਆਂ ਨੂੰ ਨਾਲ ਰਲਣ ਲਈ ਆਵਾਜ਼ਾਂ ਮਾਰ ਰਹੇ ਸਨ। ਥਕਾਵਟ, ਭੁੱਖ, ਪਿਆਸ ਅਤੇ ਸਹਿਮ ਨਾਲ ਸਾਡਾ ਹੀ ਨਹੀਂ, ਹਰ ਕਿਸੇ ਦਾ ਬੁਰਾ ਹਾਲ ਸੀ। ਸਾਰੇ ਪਰਿਵਾਰ ਵਿਛੜ ਗਏ ਸਨ। ਕਿਸੇ ਨੂੰ ਕਿਸੇ ਹੋਰ ਬਾਰੇ ਖਬਰ ਨਹੀਂ ਸੀ। ਗਵਾਚੇ ਵਿਅਕਤੀ ਅਤੇ ਬੱਚੇ ਲੱਭਣੇ ਸੰਭਵ ਨਹੀਂ ਸਨ। ਮੇਰੀ ਮਾਂ ਦੱਸਦੀ ਸੀ ਕਿ ਦਾਦਾ ਜੀ ਬੜੇ ਸਬਰ ਸੰਤੋਖ ਵਾਲੇ ਵਿਅਕਤੀ ਸਨ। ਜਦੋਂ ਉਹਨਾਂ ਲਈ ਬਿਨਾਂ ਸਹਾਰੇ ਚੱਲਣਾ ਸੰਭਵ ਨਾ ਰਿਹਾ ਤਾਂ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਕਿਹਾ, ਮੇਰੇ ਕਾਰਨ ਤੁਸੀਂ ਹੋਰਾਂ ਨਾਲੋਂ ਨਿਖੜ ਜਾਓਗੇ ਅਤੇ ਮੁਸੀਬਤ ਵਿੱਚ ਘਿਰ ਜਾਓਗੇ। ਮੈਨੂੰ ਇੱਕ ਪਾਸੇ ਲਿਟਾ ਦਿਓ ਤੇ ਆਪ ਲੰਘ ਜਾਓ। ਦਾਦਾ ਜੀ ਦੇ ਅਜਿਹੇ ਸੁਝਾਅ ਨਾਲ ਸਹਿਮਤ ਹੋਣਾ ਮੁਸ਼ਕਲ ਬੜਾ ਸੀ। ਦਾਦਾ ਜੀ ਦੇ ਬਾਰ-ਬਾਰ ਕਹਿਣ ਤੇ ਅੰਤ ਨੂੰ ਮੇਰੇ ਮਾਪਿਆਂ ਨੇ ਹੋਰਾਂ ਦੀ ਮਦਦ ਨਾਲ ਇੱਕ ਖੂਹ ਨਾਲ ਬਣੇ ਥੜੇ ਉੱਤੇ ਦਾਦਾ ਜੀ ਨੂੰ ਬਿਠਾ ਦਿੱਤਾ, ਜਿੱਥੇ ਉਹ ਲੇਟ ਵੀ ਸਕਦੇ ਸਨ। ਇਹੋ ਜਿਹੀ ਘਟਨਾ ਭੁੱਲਣੀ ਸੰਭਵ ਨਹੀਂ ਹੁੰਦੀ। ਮੇਰੀ ਮਾਂ ਕਿਤਨੇ ਹੀ ਸਾਲ ਇਸ ਗੱਲ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਅਤੇ ਮੇਰੇ ਪਿਤਾ ਜੀ ਇਸ ਸਦਮੇ ਨਾਲ ਆਪਣਾ ਸੰਤੁਲਨ ਗਵਾ ਬੈਠੇ ਸਨ। ਯਤਨ ਕਰਕੇ ਮੇਰੀ ਮਾਂ ਕਈ ਸਾਲ ਮਗਰੋਂ ਪਿਤਾ ਜੀ ਨੂੰ ਨਾਲ ਲੈ ਕੇ ਇੱਕ ਜੱਥੇ ਨਾਲ ਪਾਕਿਸਤਾਨ ਗਈ, ਜਿੱਥੇ ਉਹ ਉਸ ਥੜੇ ਨੂੰ ਲੱਭਦੀ ਰਹੀ। ਉਸ ਦਾ ਪਰੇਸ਼ਾਨ ਮਨ ਅਜੇ ਵੀ ਇਹੀ ਆਸ ਲਾਈ ਬੈਠਾ ਸੀ ਕਿ ਮੇਰੇ ਦਾਦਾ ਜੀ ਅਜੇ ਵੀ ਉੱਥੇ ਹੀ ਪਏ ਹੋਣਗੇ। ਮੇਰੀ ਮਾਂ ਉਂਝ ਬੜੇ ਦ੍ਰਿੜ ਇਰਾਦੇ ਵਾਲੀ ਸੀ, ਪਰ ਇਸ ਗੱਲ ਨੂੰ ਯਾਦ ਕਰਦਿਆਂ ਉਸ ਦੀਆਂ ਅੱਖਾਂ ਉਬਲ ਪੈਂਦੀਆਂ ਸਨ। ਆਪਣੇ ਆਪ ਨੂੰ ਮੈਂ ਇਸ ਗੱਲੋਂ ਬੜਾ ਬਦਕਿਸਮਤ ਸਮਝਦਾ ਹਾਂ ਕਿ ਮੈਂ ਆਪਣੇ ਨਾਨਾ ਨਾਨੀ ਅਤੇ ਦਾਦਾ ਦਾਦੀ ਦੀ ਨਾ ਗੋਦ ਵਿੱਚ ਬਹਿ ਸਕਿਆ, ਨਾ ਉਹਨਾਂ ਦੇ ਕੰਧਾੜੇ ਚੜ੍ਹ ਸਕਿਆ, ਨਾ ਉਹਨਾਂ ਦੀ ਉਂਗਲ ਫੜ ਸਕਿਆ, ਨਾ ਹੀ ਉਹਨਾਂ ਦੀ ਸੇਵਾ ਕਰ ਸਕਿਆ। ਇਹ ਜ਼ਿੰਦਗੀ ਦੇ ਬੜੇ ਵੱਡੇ ਘਾਟੇ ਹੁੰਦੇ ਹਨ ਜਿਹੜੇ ਕਦੇ ਪੂਰੇ ਨਹੀਂ ਹੁੰਦੇ। ਸ਼ਰਨਾਰਥੀ ਹੋਣ ਦਾ, ਉਜੜਨ ਅਤੇ ਵਿਛੜਨ ਦਾ ਸੰਤਾਪ ਹੰਢਾਉਣ ਜਿਹੀ ਬਦਕਿਸਮਤੀ ਕੋਈ ਹੋ ਹੀ ਨਹੀਂ ਸਕਦੀ। ਸਵੈ ਜੀਵਨੀ ਲਿਖਣ ਦਾ ਕਾਰਜ ਜਿਵੇਂ ਸੌਖਾ ਮੈਂ ਸਮਝਦਾ ਸਾਂ, ਉਵੇਂ ਸੌਖਾ ਇਹ ਹੈ ਨਹੀਂ। ਜਦੋਂ ਸਵੈ ਜੀਵਨੀ ਲਿਖਣੀ ਆਰੰਭ ਕੀਤੀ ਜਾਂਦੀ ਹੈ ਤਾਂ ਮੁਸ਼ਕਲਾਂ ਉਜਾਗਰ ਹੋਣ ਲੱਗ ਪੈਂਦੀਆਂ ਹਨ, ਕਿਉਂਕਿ ਜੀਵਨ ਇੱਕ ਬੜੀ ਲੰਮੀ ਤੇ ਜਟਿਲ ਪ੍ਰਕਿਰਿਆ ਹੈ ਅਤੇ ਇਸ ਵਿੱਚ ਇਤਨਾ ਕੁਝ ਚੰਗਾ ਮਾੜਾ ਵਾਪਰਿਆ ਹੁੰਦਾ ਹੈ ਕਿ ਸਮਝ ਨਹੀਂ ਆਉਂਦੀ ਕਿ ਕੀ ਰੱਖਿਆ ਜਾਵੇ ਅਤੇ ਕੀ ਛੱਡਿਆ ਜਾਵੇ। ਦੂਜੀ ਵੱਡੀ ਮੁਸ਼ਕਲ ਇਹ ਹੁੰਦੀ ਹੈ ਕਿ ਜਿਨ੍ਹਾਂ ਪੁਰਸ਼ਾਂ ਇਸਤਰੀਆਂ ਨੇ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੁੰਦੀ ਹੈ, ਉਹਨਾਂ ਨੂੰ ਕਿਵੇਂ ਅਤੇ ਕਿੰਨਾ ਗੁਣਾ ਦੋਸ਼ਾਂ ਅਤੇ ਲੱਛਣਾਂ ਨਾਲ ਪੇਸ਼ ਕੀਤਾ ਜਾਵੇ, ਕਿਉਂਕਿ ਪ੍ਰਸ਼ੰਸਾ ਵਾਲੇ ਵੇਰਵੇ ਅਕਸਰ ਬਨਾਵਟੀ ਲੱਗਦੇ ਹਨ ਅਤੇ ਦੋਸ਼ਾਂ ਵਾਲੀਆਂ ਗੱਲਾਂ ਲਿਖਣੀਆਂ ਚੰਗੀਆਂ ਨਹੀਂ ਲੱਗਦੀਆਂ। ਅਸੀਂ ਜਿਨ੍ਹਾਂ ਦੇ ਨੇੜੇ ਹੁੰਦੇ ਹਾਂ ਜਾਂ ਜਿਨ੍ਹਾਂ ਨਾਲ ਆਪਣਾ ਜੀਵਨ ਗੁਜ਼ਾਰਿਆ ਹੁੰਦਾ ਹੈ, ਉਹਨਾਂ ਦੇ ਜੀਵਨ ਵਿੱਚੋਂ ਪ੍ਰਗਟਾਉਣ ਯੋਗ ਪੱਖਾਂ ਦੀ ਚੋਣ ਕਰਨੀ ਮੁਸ਼ਕਲ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਨਾਲ ਅਸੀਂ ਲੰਮਾ ਅਰਸਾ ਵਿਚਰੇ ਹੁੰਦੇ ਹਾਂ, ਉਹਨਾਂ ਬਾਰੇ ਅਸੀਂ ਕਦੇ ਕੁਝ ਸੋਚਿਆ ਹੀ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਵਿਹਾਰ ਸੂਰਜ ਚੜ੍ਹਨ ਵਾਂਗ ਸੁਭਾਵਿਕ ਅਤੇ ਸ਼ਾਮ ਪੈਣ ਵਾਂਗ ਆਪ ਮੁਹਾਰਾ ਹੁੰਦਾ ਹੈ।
50 ਸਾਲ ਮੇਰੇ ਨਾਲ ਰਹੀ ਮੇਰੀ ਪਤਨੀ ਨੂੰ ਮੇਰੇ ਬਾਰੇ ਇੱਕ ਪੰਨਾ ਵੀ ਲਿਖਣਾ ਮੁਸ਼ਕਲ ਲੱਗ ਰਿਹਾ ਹੈ। ਸ਼ਾਇਦ ਉਸਨੇ ਮੇਰੇ ਬਾਰੇ ਲਿਖਣ ਦੇ ਪੱਖੋਂ ਮੈਨੂੰ ਕਦੇ ਵੇਖਿਆ ਵਿਚਾਰਿਆ ਹੀ ਨਹੀਂ। ਜਦੋਂ ਕੁਝ ਵਾਪਰਦਾ ਹੈ ਉਸ ਵੇਲੇ ਉਸ ਦਾ ਬੜਾ ਮਹੱਤਵ ਹੁੰਦਾ ਹੈ, ਪਰ ਸਮੇਂ ਦੇ ਉਪਜਾਏ ਫਾਸਲੇ ਨਾਲ ਉਹ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। ਸਭ ਤੋਂ ਗੰਭੀਰ ਚੁਣੌਤੀ ਇਹ ਹੁੰਦੀ ਹੈ ਕਿ ਆਪਣੇ ਆਪ ਨੂੰ ਕਿਵੇਂ ਅਤੇ ਕਿਸ ਰੰਗ ਵਿੱਚ ਪ੍ਰਗਟਾਇਆ ਜਾਵੇ। ਹਰ ਵਿਅਕਤੀ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਹੀਣ ਭਾਵਨਾ ਹੁੰਦੀ ਹੈ, ਜਿਸ ਨੂੰ ਪੂਰਨ ਲਈ ਉਹ ਕਈ ਢੰਗ ਤਰੀਕੇ ਅਤੇ ਪੈਂਤੜੇ ਵਰਤਦਾ ਹੈ। ਇਸ ਪੱਖੋਂ ਆਪਣੀਆਂ ਪ੍ਰਾਪਤੀਆਂ, ਅਹੁਦਿਆਂ, ਸਫਲਤਾਵਾਂ, ਜਿੱਤਾਂ ਅਤੇ ਇਨਾਮਾਂ ਸਨਮਾਨਾਂ ਨੂੰ ਗਣਵਾਉਣਾ ਸਵੈ ਪ੍ਰਸ਼ੰਸਾ ਪ੍ਰਤੀਤ ਹੁੰਦੀ ਹੈ, ਜਿਸ ਵਿੱਚ ਹੋਰਾਂ ਦੀ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਹੁੰਦੀ। ਇਸ ਸਵੈ ਜੀਵਨੀ ਨੂੰ ਲਿਖਣ ਸੰਬੰਧੀ ਭਾਂਤ-ਭਾਂਤ ਦੀ ਕਸ਼ਮਕਸ਼ ਦਾ ਸਾਹਮਣਾ ਕਰਦਿਆਂ ਮੈਂ ਇਹ ਨਿਰਣੇ ਕੀਤਾ ਕਿ ਵੱਖ-ਵੱਖ ਸਮਿਆਂ 'ਤੇ ਪ੍ਰਾਪਤ ਹੋਏ ਅਨੁਭਵਾਂ ਨੂੰ ਸੁਹਿਰਦ ਮਨ ਨਾਲ ਯਥਾਰਥਕ ਰੂਪ ਵਿੱਚ ਦਰਜ ਕਰ ਦਿੱਤਾ ਜਾਵੇ ਅਤੇ ਜੀਵਨ ਵਿੱਚ ਆਏ ਇਸਤਰੀਆਂ ਪੁਰਸ਼ਾਂ ਤੋਂ ਜੋ ਪ੍ਰਭਾਵ ਪਏ ਅਤੇ ਜੋ ਸਬਕ ਸਿੱਖੇ ਉਹਨਾਂ ਨੂੰ ਬਿਨਾਂ ਪਲੇਥਣ ਦੇ ਲਿਖ ਦਿੱਤਾ ਜਾਵੇ। ਪੁਰਸ਼ਾਂ ਇਸਤਰੀਆਂ ਦੇ ਇੱਕ ਦੂਜੇ ਦੇ ਭਾਵਕ ਅਤੇ ਸਰੀਰਕ ਸੰਪਰਕ ਵਿੱਚ ਆਉਣ ਦੇ ਵੇਰਵਿਆਂ ਨੂੰ ਸਵੈ ਜੀਵਨੀ ਵਿੱਚ ਦਰਜ ਕਰਨ ਤੋਂ ਸਾਹਿਤਕਾਰਾਂ ਵੱਲੋਂ ਅਕਸਰ ਸੰਕੋਚ ਕੀਤਾ ਅਤੇ ਛੁਪਾਇਆ ਜਾਂਦਾ ਹੈ, ਪਰੰਤੂ ਮੈਂ ਅਜਿਹੇ ਵੇਰਵਿਆਂ ਨੂੰ ਦਰਜ ਕਰਨ ਦਾ ਯਤਨ ਕੀਤਾ ਹੈ। ਮੇਰੇ ਜੀਵਨ ਵਿੱਚ ਜਿਨ੍ਹਾਂ ਪੁਰਸ਼ਾਂ ਅਤੇ ਵਿਸ਼ੇਸ਼ ਕਰਕੇ ਜਿਨ੍ਹਾਂ ਇਸਤਰੀਆਂ ਨੇ ਵਿਹਾਰਿਕ ਅਤੇ ਭਾਵਕ ਪੱਖੋਂ ਜੋ ਭੂਮਿਕਾ ਨਿਭਾਈ ਹੈ, ਉਸ ਨੂੰ ਅਸਲ ਅਤੇ ਸੰਕੇਤਕ ਦੋਹਾਂ ਰੂਪਾਂ ਵਿੱਚ ਦਰਜ ਕਰਨ ਦਾ ਉਪਰਾਲਾ ਕੀਤਾ ਹੈ। ਮਹਿਲਾ ਮਨੋਵਿਗਿਆਨ ਦੇ ਡੂੰਘੇ ਅਤੇ ਵਿਸਤ੍ਰਿਤ ਅਧਿਐਨ ਕਾਰਨ ਇਸਤਰੀਆਂ ਦੇ ਵਿਹਾਰ ਸੰਬੰਧੀ ਪਹਿਲਾਂ ਹੀ ਅਨੁਮਾਨ ਲਾ ਸਕਣ ਦੀ ਮੁਹਾਰਤ ਕਾਰਨ ਉਹਨਾਂ ਦਾ ਵਿਹਾਰ ਹੈਰਾਨ ਨਹੀਂ ਕਰਦਾ ਅਤੇ ਅਕਸਰ ਉਹਨਾਂ ਦੀ ਮੇਰੇ ਜੀਵਨ ਵਿੱਚ ਭੂਮਿਕਾ ਨਾਲੋਂ ਉਹਨਾਂ ਦੇ ਜੀਵਨ ਵਿੱਚ ਮੇਰੀ ਭੂਮਿਕਾ ਵਧੇਰੇ ਰਹੀ ਹੈ। ਮੈਂ ਅਨੁਮਾਨ ਨਹੀਂ ਲਾ ਸਕਦਾ ਕਿ ਇਸ ਸਵੈ ਜੀਵਨੀ ਵਿੱਚੋਂ ਮੇਰਾ ਕਿਹੋ ਜਿਹਾ ਅਕਸ ਉੱਭਰੇਗਾ, ਪਰੰਤੂ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਮੈਂ ਖੁੱਲ੍ਹੇ ਮਨ ਨਾਲ ਪੁੰਨ ਪਾਪ ਤੋਂ ਮੁਕਤ ਹੋ ਕੇ ਜੀਵਨ ਨੂੰ ਜਾਣਨ, ਸਮਝਣ, ਮਾਣਨ ਦੇ ਮਨੋਰਥ ਨਾਲ ਸਭ ਪ੍ਰਕਾਰ ਦੇ ਪ੍ਰਭਾਵਾਂ ਅਤੇ ਅਨੁਭਵਾਂ ਦਾ ਸਵਾਗਤ ਕੀਤਾ ਹੈ ਅਤੇ ਜੋ ਪ੍ਰਭਾਵ ਮੈਂ ਕਬੂਲਦਾ ਅਤੇ ਜਿਹੜੇ ਸਬਕ ਸਿੱਖਦਾ ਗਿਆ ਹਾਂ ਉਹਨਾਂ ਨੂੰ ਆਪਣੀਆਂ ਲਿਖਤਾਂ ਵਿੱਚ ਦਰਜ ਕਰਦਾ ਗਿਆ ਹਾਂ। ਇਵੇਂ ਮੈਂ ਚੰਗੀਆਂ ਮਾੜੀਆਂ ਆਦਤਾਂ, ਗੁਣਾਂ, ਦੋਸ਼ਾਂ ਅਤੇ ਅਨੁਭਵਾਂ ਵਾਲਾ ਤੁਹਾਡੇ ਵਰਗਾ ਹੀ ਇੱਕ ਵਿਅਕਤੀ ਹਾਂ, ਜਿਸ ਦੀ ਗਵਾਹੀ ਇਸ ਸਵੈ ਜੀਵਨੀ ਵਿੱਚ ਅਤੇ ਮੇਰੀਆਂ ਰਚਨਾਵਾਂ ਵਿੱਚ ਭਰਪੂਰ ਰੂਪ ਵਿੱਚ ਦਰਜ ਹਨ। ਤਾਂ ਦੋਸਤੋ, ਅੱਜ ਦੀ ਵੀਡੀਓ ਵਿੱਚ ਇਹ ਕਿਤਾਬ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਤੇ ਕੱਲ੍ਹ ਵਾਲੇ ਦੂਜੇ ਪਾਰਟ ਵਿੱਚ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਤਾਂ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।